ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਇੰਦਰਜੀਤ। ਸਾਡੇ ਅੱਜ ਦੇ ਪ੍ਰੋਗਰਾਮ ਖਰੀਆਂ ਖਰੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਨੇ D4U ਨਿਊਜ਼ ਦੇ ਸੰਪਾਦਕ ਦੀਪਕ ਭੰਡਾਰੀ ਜੀ। ਭੰਡਾਰੀ ਸਾਹਿਬ ਨਮਸਕਾਰ ਜੀ। ਨਮਸਕਾਰ ਜੀ। ਭੰਡਾਰੀ ਸਾਹਿਬ, ਆਜ਼ਾਦੀ ਦਿਹਾੜੇ ਮੌਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਵਿਰੋਧੀਆਂ ਨੂੰ ਉਹਨਾਂ ਨੇ ਸਟੇਜ ਤੋਂ ਚੁਣੌਤੀ ਦਿੱਤੀ ਹੈ। ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਆਜ਼ਾਦੀ ਦੇ ਦਿਹਾੜੇ ਦੀ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ, ਪਰ ਮੈਂ ਕੁਝ ਗੱਲਾਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਕਰਨਾ ਚਾਹਾਂਗਾ ਕਿ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਅਸੀਂ ਆਜ਼ਾਦ ਹੋ ਗਏ ਹਾਂ? ਕੀ ਦਫ਼ਤਰਾਂ ਦੇ ਵਿੱਚ ਪੈਸੇ ਤੋਂ ਬਿਨਾਂ ਕੰਮ ਹੋਣਾ ਸ਼ੁਰੂ ਹੋ ਗਿਆ? ਕੀ ਆਮ ਆਦਮੀ ਤਾਂ ਮਤਲਬ ਆਮ ਆਦਮੀ ਪਾਰਟੀ ਵਾਲੇ ਬੰਦੇ ਨਹੀਂ, ਕਾਮਨ ਮੈਨ ਜੀ, ਉਹਨਾਂ ਨੂੰ ਬੈਠੇ ਦਫ਼ਤਰ 'ਚ ਅਫਸਰ ਮਿਲਦੇ ਨੇ? ਇੱਥੇ ਤੇ ਅਫਸਰ ਜਿਹੜੇ ਨਾ ਆਪਣਾ ਫੋਨ ਨੰਬਰ ਦੇ ਕੇ ਰਾਜੀ ਨਹੀਂ ਲੋਕਾਂ ਨੂੰ। ਅੱਜ ਹੀ ਇੱਕ ਅਫਸਰ ਕੋਲ ਸਵੇਰੇ ਫੋਨ ਮੰਗਿਆ, ਨਵਾਂ ਅਫਸਰ ਆਇਆ ਅੰਮ੍ਰਿਤਸਰ ਦੇ ਵਿੱਚ, ਉਹ ਕਹਿੰਦਾ ਮੇਰੇ ਦਫ਼ਤਰੋਂ ਲੈਣਾ। ਵੀ ਬੰਦਾ ਪੁੱਛੇ ਤੈਨੂੰ ਸਰਕਾਰ ਨੇ ਤੇ ਇੱਥੇ ਲਾਇਆ, ਕਾਹਦੇ ਵਾਸਤੇ ਲਾਇਆ? ਜਨਤਾ ਦੀਆਂ ਜਿਹੜੀਆਂ ਮੁਸ਼ਕਲਾਂ ਸੁਣਨ ਨੂੰ ਲਾਇਆ, ਗ੍ਰੀਵੈਂਸਸ ਸੁਣਨ ਨੂੰ ਲਾਇਆ ਤੇ ਉਹਨਾਂ ਨੂੰ ਹੱਲ ਕਰਨ ਵਾਸਤੇ ਲਾਇਆ। ਵੀ ਤੈਨੂੰ ਕਿਤੇ ਇਨਫੋਰਮੇਸ਼ਨ ਦੇਣੀ ਹੋਏਗੀ, ਕਿੱਥੇ ਦੇਗਾ ਬੰਦਾ? ਕਿਤੇ ਕੋਈ ਗਲਤ ਕੰਮ ਹੁੰਦਾ ਹੈ ਵੀ ਤੈਨੂੰ ਇਨਫੋਰਮੇਸ਼ਨ ਕਿੱਥੇ ਦੇਗਾ? ਤੇ ਸਕੂਲਾਂ 'ਚ ਸਟਾਫ ਪੂਰਾ ਹੋ ਗਿਆ, शिक्षक पूरे हो गए। स्कूल ऑफ एमिनेंस की गल कर रही है सरकार। ਅਸੀਂ नहीं कह रहे कि सरकार कम नहीं कर रही, पर सवाल है कि नशा खत्म हो गया? आए दिन नशे नाल मौतां होंदियां सी। कल भी गल कीती सी भी एक जनानी जिहदे 4 पुत नशे नाल मर गए। बहुत सारियां खबरां तुसीं देखदे हो कि वीडियोज़ भी आंदियां भी सिरिंज अंदर लगी रह जांदी ते बंदा मर जांदा है जी। कि लोकां नूं समय सिर इंसाफ मिल रहा? कि ਸਾਡੀਆਂ ਵਿਧਾਨ ਸਭਾਵਾਂ, ਲੋਕ ਸਭਾਵਾਂ ਤੇ ਦੇਸ਼ ਦੀ ਜਨਤਾ ਦੇ ਹਿੱਤ ਲਈ ਨੀਤੀਆਂ ਬਣਾਉਣ ਵਾਲੇ ਲੀਡਰ ਆਪਣੇ ਜਿਹੜੇ ਕਰਤੱਵ ਹੈ, ਜਿਹੜੇ ਉਹਨਾਂ ਨੂੰ ਕੰਮ ਹੈ ਉਹਨਾਂ ਦੇ ਕਰਨੇ, ਜਿਹੜੇ ਉਹਨਾਂ ਨੇ, ਕੀ ਉਹਨਾਂ ਦਾ ਪਾਲਨ ਕਰ ਰਹੇ? ਕੀ ਇਹਨਾਂ ਦੇ ਉੱਤੇ ਕਿਸੇ ਦੇ ਉੱਤੇ ਕੋਈ ਕੇਸ ਨਹੀਂ? ਇਹ ਸਾਰੇ ਪਾਕ ਸਾਫ਼ ਨੇ। ਸੁਪਰੀਮ ਕੋਰਟ, ਹਾਈ ਕੋਰਟ ਕਈ ਵਾਰੀ ਕਹਿ ਚੁੱਕਿਆ ਵੀ ਇਹਨਾਂ ਟੈਂਟਡ ਜਿਹੜੇ ਹੈਗੇ ਨੇ ਦਾਗੀ, ਇਹਨਾਂ ਦੇ ਕੇਸ ਨੂੰ ਤੇਜ਼ੀ ਨਾਲ ਖਤਮ ਕਰੋ, ਕਿਉਂਕਿ ਇਹ ਪ੍ਰਭਾਵਸ਼ਾਲੀ ਲੋਕ ਨੇ। ਇਹ ਆਪਣੇ ਤੇ ਜਿਹੜੇ ਕੇਸ ਉਹ ਗਵਾਹਾਂ ਨੂੰ ਪ੍ਰਭਾਵਿਤ ਕਰਦੇ ਨੇ। ਹੁਣ ਜਿਹੜੀ ਸੰਵਿਧਾਨ ਦੀ ਇਹ ਸਹੁੰ ਖਾ ਕੇ ਇਹ ਕੁਰਸੀ ਤੇ ਬਹਿੰਦੇ ਨੇ, ਕੀ ਉਸ ਸਹੁੰ ਦਾ ਤੇ ਉਸ ਸੰਵਿਧਾਨ ਦਾ ਇਹ ਪਾਲਨ ਕਰ ਰਹੇ ਨੇ? ਇਹ ਬਹੁਤ ਵੱਡਾ ਸਵਾਲ ਹੈ। ਕੀ ਇਹ ਸੱਚ ਨਹੀਂ ਵੀ 76 ਸਾਲ ਦੀ ਆਜ਼ਾਦੀ ਤੋਂ ਬਾਅਦ ਅੱਜ ਵੀ ਆਮ ਬੰਦਾ ਇਨਸਾਫ ਲੈਣ ਲਈ ਧੱਕੇ ਖਾਂਦਾ? ਮੇਰੀ ਕਾਨੂੰਨ ਮੰਤਰੀ ਸਾਹਿਬ ਨਾਲ ਗੱਲ ਹੋਈ ਸੀ ਵੀ 30-35 ਸਾਲ ਕੇਸ ਲੜਦੇ ਨੇ, ਲੋਕਾਂ ਨੂੰ ਕੀ ਫੇਰ ਇਨਸਾਫ ਮਿਲਦਾ? ਇਸ ਦੌਰਾਨ ਉਹ ਕਿਹੜੀ ਤਸ਼ੱਦਦ ਚੋਂ ਨਿਕਲਦਾ ਬੰਦਾ? ਇਹ ਬੜਾ ਵੱਡਾ ਸਵਾਲ ਹੈ। ਇਹ ਦੇਖੋ, ਲੋਕਾਂ ਨੂੰ ਇਹ ਸੋਚਣਾ ਪਏਗਾ ਕਿ ਸਾਡੀਆਂ ਅਦਾਲਤਾਂ ਦੇ ਵਿੱਚ ਇਹ ਨਹੀਂ ਲੋਕ ਜਾਣਦੇ ਵੀ ਇਨਸਾਫ ਘੱਟ ਤੇ ਤਰੀਕਾਂ ਵੱਧ ਮਿਲਦੀਆਂ। ਜਦੋਂ ਜਾਓ ਵੀ ਤਰੀਕ ਅਗਲੀ ਤਰੀਕ, ਇੱਕ ਜੱਜ ਸਾਹਿਬ ਵੀ ਕੀ ਕਰਨ? ਇੱਕ ਜੱਜ ਕੋਲ 100 ਕੇਸ ਲੱਗਾ ਹੁੰਦਾ ਤੇ ਉਹ ਵਿਚਾਰੇ ਕਿੱਥੇ ਸੁਣ ਸਕਦੇ? ਤੇ ਕਿੱਥੇ ਉਹ ਫਿਰ ਫਾਈਲ ਵੱਡੀ ਹੋ ਜਾਂਦੀ। 2-2 ਹਜ਼ਾਰ ਕੇਸ, 5-5 ਹਜ਼ਾਰ ਜਿਹੜਾ ਪੇਜਾਂ ਦੀ ਫਾਈਲ ਬਣ ਜਾਂਦੀ। ਇੱਥੇ ਕੌਣ ਪੜੂਗਾ ਤੇ ਕਿੱਥੋਂ ਇਨਸਾਫ ਮਿਲੂਗਾ? ਹੁਣ ਅਦਾਲਤਾਂ ਦੇ ਵਿੱਚ ਜੱਜਾਂ ਦੀ ਕਮੀ ਆ, ਹਸਪਤਾਲਾਂ ਦੇ ਵਿੱਚ ਡਾਕਟਰ ਤੇ ਸਟਾਫ ਨਹੀਂ ਹੈਗੇ, ਸੁਰੱਖਿਆ ਬਲਾਂ ਦੇ ਵਿੱਚ ਸੁਰੱਖਿਆ ਕਰਮੀ ਨਹੀਂ ਹੈਗੇ, ਤੇ ਦਫ਼ਤਰਾਂ 'ਚ ਸਟਾਫ ਘੱਟ ਹੈ। ਜਿਹੜਾ ਰਿਟਾਇਰ ਹੋ ਜਾਂਦਾ ਉਹਨੂੰ ਭਰਤੀ ਨਹੀਂ ਕਰਦੇ। ਸਰਕਾਰੀ ਪ੍ਰਾਪਰਟੀਆਂ ਤੇ ਵਿਕਦੀਆਂ ਗਈਆਂ ਤੇ ਕੁਝ ਚਹੇਤਿਆਂ ਨੂੰ ਦੇ ਦਿੱਤੀਆਂ ਗਈਆਂ, ਵੇਚਤੀਆਂ ਗਈਆਂ। ਤੇ ਪਰ ਇਹਨਾਂ ਲੀਡਰਾਂ ਦੀਆਂ ਜਿਹੜੀਆਂ ਉਹ ਪ੍ਰਾਪਰਟੀਆਂ ਕਈ ਗੁਣਾ ਵੱਧ ਗਈਆਂ, ਇਹਨਾਂ ਦੇ ਚਹੇਤਿਆਂ ਦੀਆਂ ਕਈ ਗੁਣਾ ਵੱਧ ਗਈਆਂ। ਹਰ ਵਾਰੀ ਜਦੋਂ ਇਹ ਲੀਡਰ ਬੰਦਾ ਪਹਿਲੇ ਦੀ ਪ੍ਰਾਪਰਟੀ ਕੁਛ ਹੋਰ ਹੁੰਦੀ, ਫਿਰ 5 ਸਾਲ ਬਾਅਦ ਹੋ, 10 ਸਾਲ ਬਾਅਦ ਹੋ, 15 ਸਾਲ ਬਾਅਦ ਹੋ। ਇੱਕ MP ਸਾਹਿਬ ਨੇ ਜਿਨ੍ਹਾਂ ਤੇ ਆਰੋਪ ਵੀ ਲੱਗੇ ਸੀ, ਕਹਿੰਦੇ ਉਹਨਾਂ ਦੇ 50 ਕਾਲਜ ਚੱਲਦੇ ਆ, 2 ਹੈਲੀਕਾਪਟਰ ਚਾਰਟਰ ਵਿਮਾਨ ਉਹਨਾਂ ਕੋਲ ਹੈ। ਇੱਥੇ ਤੇ ਰੇਤ ਖਾ ਗਏ, ਬਜਰੀ ਖਾ ਗਏ, ਟਰਾਂਸਪੋਰਟ ਖਾ ਗਏ, ਨੇਤਾ ਗਰੀਬਾਂ ਦਾ ਅਨਾਜ ਖਾ ਗਏ, ਨਕਲੀ ਬੀਜ ਕਿਸਾਨਾਂ ਨੂੰ ਦੇ ਦਿੰਦੇ। ਇੱਥੇ ਦੇਖੋ, ਬਾਕੀ ਦੇ ਗੱਲਾਂ ਤੋਂ ਛੱਡੋ, ਨਕਲੀ ਦਵਾਈਆਂ ਦੇ ਦਿੰਦੇ ਆ। ਹੁਣ ਕੱਲ੍ਹ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਤੇ ਉਹਨਾਂ ਨੇ ਤੰਜ ਕੱਸਿਆ ਤੇ ਆਖਿਆ ਵੀ ਸਾਨੂੰ ਬਹੁਤ ਜਿਹੜੇ ਤਜਰਬੇਕਾਰ, ਬੁੱਧੀਮਾਨ ਤੇ ਸੂਝਵਾਨ ਲੀਡਰ ਹੈ ਨਾ, ਉਹਨਾਂ ਦੀ ਲੋੜ ਹੈ ਨਹੀਂ। ਵੀ ਕਹਿੰਦੇ 9 ਸਾਲ ਤੋਂ ਤੇ ਖਜ਼ਾਨਾ ਖਾਲੀ ਕਰਦਾ ਰਿਹਾ। ਉਹਨਾਂ ਦੇ ਖਾਲੀ ਖਜ਼ਾਨਾ ਮੰਤਰੀ ਕਹਿੰਦਾ, ਕਹਿੰਦੇ ਵੇਖੋ ਵੀ ਇੱਕ ਪਾਸੇ ਤੇ ਇਹਨੇ ਸਟੇਟ ਦੇ ਵਿੱਚ ਈ ਸਟੈਂਪ ਵਿਵਸਥਾ ਲਾਗੂ ਕਰਤੀ ਤੇ ਦੂਜੇ ਪਾਸੇ 1266 ਕਰੋੜ ਰੁਪਏ ਦੇ ਸਟੈਂਪ ਪੇਪਰ ਛਾਪਣ ਦੇ ਹੁਕਮ ਦਿੱਤੇ, ਜਿਹਦੇ ਕਰਕੇ 57 ਕਰੋੜ ਰੁਪਏ ਦਾ ਜਿਹੜਾ ਉਹ ਨੁਕਸਾਨ ਹੋਇਆ। ਇੱਕ ਤਜਰਬੇਕਾਰ ਮੰਤਰੀ ਦੇ ਕਾਰਨ ਕਹਿੰਦੇ ਵੀ 60 ਕਰੋੜ ਦਾ ਜਿਹੜਾ ਘਾਟਾ ਪੰਜਾਬ ਸਰਕਾਰ ਨੂੰ ਪਿਆ। ਉਹ ਕਹਿੰਦੇ ਵੀ ਮਹਿਲਾਂ 'ਚ ਰਹਿੰਦੇ ਆ ਵੱਡੇ ਲੋਕਾਂ ਨੇ ਤੇ ਇਹਨਾਂ ਨੂੰ ਸਬਕ ਸਿਖਾਤਾ। ਕੋਈ ਕਾਕਾ ਜੀ ਸੀਗੇ, ਕੋਈ ਬੀਬਾ ਜੀ ਸੀਗੇ। ਚਲੋ ਇਹ ਉਹਨਾਂ ਨੇ ਜਿਹੜੀ ਹੈ, ਹੁਣ ਤੁਸੀਂ ਦੇਖੋ
ਫਾਇਦੇ 'ਚ ਜਿਹੜੀਆਂ ਚੱਲਦੀਆਂ ਸੀ ਫੈਕਟਰੀਆਂ ਉਹਨਾਂ ਨੂੰ ਵੇਚਤਾ। ਪੰਜਾਬ ਐਲਕਲੀਜ਼ ਫੈਕਟਰੀ ਆ, ਉਹਦਾ ਰੌਲਾ ਬੜਾ ਪਿਆ ਸੀ, ਮੁੜ ਕੇ ਠੱਪ ਹੋ ਗਿਆ ਕਿਉਂਕਿ ਉਹਦੇ 'ਚ 3-4 ਸਾਬਕਾ ਮੰਤਰੀਆਂ ਦੇ ਨਾਂ ਆਉਂਦੇ ਆ। 1000 ਕਰੋੜ ਦੀ ਫੈਕਟਰੀ 40 ਕਰੋੜ 'ਚ ਵੇਚਤੀ, ਤੇ ਉਹ ਵੇਚੀ ਉਦੋਂ ਜਦੋਂ ਹਰ ਮਹੀਨੇ ਹਰ ਸਾਲ ਉਹਦਾ 20-30 ਕਰੋੜ ਰੁਪਏ ਪ੍ਰੋਫਿਟ ਆਉਂਦਾ ਸੀ। ਇਹ ਤੇ ਫਿਰ ਇਹ ਤੇ ਦੇਸ਼ ਨੂੰ ਖਾਣ ਲੱਗੇ ਹੋਏ ਆ ਵੀ ਆਜ਼ਾਦੀ ਕਾ। ਸੋਸ਼ਲ ਮੀਡੀਆ ਤੇ ਲੋਕ ਬਹੁਤ ਸਾਰੀਆਂ ਟਿੱਪਣੀਆਂ ਕਰਦੇ ਆ ਵੀ ਗੋਰੇ ਚਲੇ ਗਏ ਕਾਲੇ ਆ ਗਏ, ਜਿਨ੍ਹਾਂ ਨੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਆਪਣੇ ਮੁਲਕ ਵਾਸਤੇ, ਆਜ਼ਾਦ ਹੋਣ ਵਾਸਤੇ। ਉਹਨਾਂ ਨੂੰ ਉਦੋਂ ਮਿਲਦਾ ਨਹੀਂ ਸੀ ਲਾਲਚ, ਅੰਗਰੇਜ਼ ਦਿੰਦੇ ਨਹੀਂ ਸੀ ਵੀ ਤੂੰ ਨਾ ਕਰ ਇਹੋ ਜਿਹੇ ਕੰਮ। ਕਿ ਭਗਤ ਸਿੰਘ ਆਪਣੇ ਆਜ਼ਾਦ ਸ਼ਹੀਦ ਭਗਤ ਸਿੰਘ, ਉਹਨਾਂ ਨੂੰ ਨਹੀਂ ਲਾਲਚ ਮਿਲਿਆ ਹੋਊਗਾ। ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਜਿਨ੍ਹਾਂ ਨੇ ਕਿਹਾ ਵੀ ਨਹੀਂ ਅਸੀਂ ਮੁਲਕ ਨੂੰ ਆਜ਼ਾਦ ਕਰਾਉਣਾ। ਬਹੁਤ ਸਾਰੇ ਐਸੇ ਨਾਮ ਨੇ ਜਿਨ੍ਹਾਂ ਦੇ ਮੈਂ ਨਾਂ ਨਹੀਂ ਲਿਆ, ਮਤਲਬ ਢੀਂਗਰਾ ਨੇ। ਤੇ ਹੁਣ ਇੱਥੇ ਤੇ ਰੇਪ ਹੁੰਦਾ, ਅੱਜ ਦਿਨ ਖਬਰਾਂ ਆਉਂਦੀਆਂ, ਤੇ ਫਿਰ ਮਾਮਲਾ ਲਟਕਦਾ ਰਹਿੰਦਾ। ਦੇਖੋ ਨਾ, ਹੁਣ 100 ਏਕੜ ਜ਼ਮੀਨ ਦੇ ਦਿੱਤੀ ਜਾਂਦੀ ਹੈ ਇੱਕ ਐਸੇ ਅਧਿਕਾਰੀ ਨੂੰ, ਉਤੋਂ ਵੱਡੇ ਅਫਸਰ ਦਾ ਚਾਰਜ ਦੇ ਦਿੱਤਾ ਜਾਂਦਾ ਹੈ ਵੀ ਜਿਹੜਾ ਉਹਦੇ ਕਾਬਲ ਹੀ ਨਹੀਂ। ਤੇ ਉਹ ਕਹਿੰਦਾ ਵੀ ਚੱਲ, ਜਿਵੇਂ ਉਹ ਕਹਿੰਦੇ ਨੇ ਵੀ ਬੈਠਾ ਹੁੰਦਾ ਵੀ ਤੂੰ ਮੈਨੂੰ ਬਣਾ ਤੇ ਮੈਂ ਕਰਕੇ ਗਾਂਹ ਕਰਦਾ। ਹੁਣ ਮੈਂ ਕਹਿੰਦੇ ਵੀ ਉਹ ਕਾਬਲ ਵੀ ਨਹੀਂ, ਉਸ ਡੀਡੀਪੀਓ ਨੂੰ ਏਡੀਸੀ ਬਣਾਤਾ ਜਾਂਦਾ। ਹੁਣ ਕਹਿੰਦੇ ਵੀ ਅੱਜ ਹੀ ਮੇਰੀ ਹਰਪਾਲ ਸਿੰਘ ਚੀਮਾ ਨਾਲ ਗੱਲ ਹੋਈ ਸੀ, ਉਹ ਕਹਿੰਦੇ ਵੀ ਨਹੀਂ ਇਹ ਕਿਸੇ ਬੰਦੇ ਦੇ ਨਾਲ ਟ੍ਰਾਂਸਫਰ ਥੋੜੀ ਹੋਈ, ਕਾਰਵਾਈ ਹੋਏਗੀ। ਉਹ ਕਾਰਵਾਈ ਤੇ ਹੋਏਗੀ ਜਿਹੜੇ ਮੰਤਰੀਆਂ ਨੇ ਸਿਫਾਰਿਸ਼ ਕੀਤੀ ਮੈਨੂੰ ਏਡੀਸੀ ਦਾ ਚਾਰਜ ਲਾ ਦਿਓ, ਕਿਉਂ ਕੀਤੀ? ਉਹ ਅਧਿਕਾਰੀ ਵੇਖਿਆ ਕਿਉਂ ਨਹੀਂ ਉਹਨਾਂ ਨੇ, ਜਿਹੜੇ ਅਧਿਕਾਰੀ ਉੱਪਰ ਬੈਠੇ ਆ ਵੀ ਮੰਤਰੀ। ਇਹ ਥੋੜੀ ਵੀ ਥੱਲੇ ਜੋ ਕਰਕੇ ਭੇਜ ਦੂਗਾ, ਜਵਾਬ ਤੇ ਤੁਸੀਂ ਦੇਣਾ ਨਾ। ਸਿੰਚਾਈ ਘੁਟਾਲਾ ਇੱਥੇ ਹੋ ਗਿਆ 1200 ਕਰੋੜ ਰੁਪਇਆ, ਉਹ ਕਿ ਗੁਰਿੰਦਰ ਪਾਪਾ ਹੀ ਕਿੱਥੋਂ ਕਿੱਥੇ ਪਹੁੰਚਾਤਾ ਉਹਨੂੰ, ਕੀ ਬਣਿਆ? ਅਮਰੂਦਾਂ ਦੇ ਬਾਗ, ਗਮਾਡਾ ਦੀ ਜ਼ਮੀਨ, ਬੱਕਰਪੁਰਾ ਦੇ ਪਤਾ ਲੱਗ ਗਿਆ ਅਫਸਰਾਂ ਨੂੰ ਕੀ ਕਰਨਾ ਵੀ ਇੱਥੇ ਤਾਂ ਇਦਾਂ ਦੇ ਤੇ ਗਿੱਦ ਬੈਠੇ ਆ। ਤੇ ਲੋਕਾਂ ਨੂੰ ਹੁਣ ਅਵੈਧ ਸ਼ਰਾਬ ਦਾ ਕਾਰੋਬਾਰ ਬੰਦ ਹੋ ਗਿਆ। ਜ਼ਹਿਰੀਲੀ ਸ਼ਰਾਬ ਨਾਲ ਬੰਦੇ ਮਰ ਗਏ ਸੀ, ਕਿ ਉਹਨਾਂ ਦੇ ਆਰੋਪੀਆਂ ਨੂੰ ਸਜ਼ਾ ਮਿਲ ਗਈ। ਹੁਣ ਇੱਥੇ ਦੇ ਮੰਤਰੀ ਸੋਨੇ ਦੇ ਬਿਸਕੁਟ ਮੰਗਦਾ ਆਪਣੇ ਲਈ, ਤੇ ਵੱਡੇ ਅਫਸਰ ਉਹਦੇ ਲਈ ਇਕੱਠੇ ਕਰਦੇ ਨੇ। ਤੇ ਬਣੂਗਾ ਕੀ ਤਹਿਸੀਲਾਂ 'ਚ ਭ੍ਰਿਸ਼ਟਾਚਾਰ ਘੱਟ ਹੋ ਗਿਆ। ਤਹਿਸੀਲਦਾਰ ਹੁਣੇ ਰੈਵਨਿਊ ਅਧਿਕਾਰੀਆਂ ਨੇ ਅੱਖਾਂ ਵਿਖਾਈਆਂ ਸਰਕਾਰ ਨੂੰ, ਉਹ ਕਹਿੰਦੇ ਵੀ ਅਸੀਂ ਵੀ ਤੁਹਾਡੀ ਪੋਲ ਖੋਲ ਦਿਆਂਗੇ। ਸਰਕਾਰ ਵੀ ਚੁੱਪ ਕਰ ਗਈ। ਉਸ ਤੋਂ ਬਾਅਦ ਕੀ ਟਰਾਂਸਪੋਰਟ ਡਿਪਾਰਟਮੈਂਟ ਦੁੱਧਾ ਧੋਤਾ ਗਿਆ, ਇਹਦੇ 'ਚ ਕੋਈ ਭ੍ਰਿਸ਼ਟਾਚਾਰ ਨਹੀਂ ਹੁੰਦਾ। ਅਦਾਲਤਾਂ ਦੇ ਵਿੱਚ ਸੱਤਿਆ ਪ੍ਰਤਾੜਿਤ ਹੋ ਰਿਹਾ। ਅਸੀਂ ਨਹੀਂ ਕਹਿੰਦੇ, ਕਿਉਂਕਿ ਜਿਹੜਾ ਇੱਕ ਬੰਦਾ ਵਿਚਾਰਾ ਇਨਸਾਫ ਲੈਣ ਜਾਂਦਾ ਨਾ, ਭਟਕਦਾ ਰਹਿੰਦਾ, ਉਹ ਕਰੇ ਤੇ ਕਰੇ ਕੀ? ਅੱਜ ਉਹਨੂੰ ਜ਼ਰੂਰਤ ਹੈ, ਉਹਦੇ ਨਾਲ ਧੱਕਾ ਹੋਇਆ ਤੇ ਉਹਨੂੰ ਇਨਸਾਫ ਮਿਲਦਾ 25-30 ਸਾਲ ਬਾਅਦ। ਉਹ ਤੇ ਥੱਕ ਜਾਂਦਾ, ਤੇ ਕਈ ਤੇ ਵਿਚਾਰੇ ਸਵਰਗ ਸੁਧਾਰ ਜਾਂਦੇ ਆ। ਹੁਣ ਤੁਸੀਂ ਦੇਖੋ, ਪਿੱਛੇ ਇੱਕ ਵੀਡੀਓ ਵਾਇਰਲ ਹੋਈ, ਇੱਕ ਸਾਡੇ ਆਜ਼ਾਦ ਮੁਲਕ ਦੀ ਕਾਨੂੰਨੀ ਤਸਵੀਰ ਹੈ। ਭਾਵੇਂ ਘਟਨਾਵਾਂ ਪੁਰਾਣੀਆਂ ਪਰ ਲੋਕਾਂ ਨੂੰ ਇਹ ਸਵਾਲ ਕਰਨੇ, ਕਿਉਂਕਿ ਸਾਡੇ ਦਿਮਾਗ ਤੇ ਨਾ ਮਿੱਟੀ ਜੰਮ ਜਾਂਦੀ ਹੈ। ਸਾਫ਼ ਕਰਨ ਦੀ ਲੋੜ ਹੈ ਜੀ। ਜਨਾਨੀਆਂ ਨੂੰ ਕੱਪੜੇ ਲਾ ਕੇ ਕਮਾਇਆ ਜਾਂਦਾ ਹੈ, 2.5 ਮਹੀਨੇ ਚੁੱਪੀ ਸਾਧੀ ਜਾਂਦੀ ਹੈ। ਸੁਪਰੀਮ ਕੋਰਟ ਨੇ ਡੀਜੀਪੀ ਨੂੰ ਪੇਸ਼ ਹੋਣ ਵਾਸਤੇ ਕਹਿ ਦਿੱਤਾ। ਤੁਸੀਂ ਇਹ ਦੇਖੋ, ਲੋਕਾਂ ਦੀਆਂ ਹੁਣ ਨਿਆਏ ਲੈਣ ਦੀ ਤੇ ਗੱਲ ਦੂਰ, ਪਹਿਲੇ ਤੇ ਆਮ ਬੰਦੇ ਦੀ FIR ਕਰਾਉਣ ਨੂੰ ਘੀਸੀਆਂ ਕਢਾ ਦਿੰਦੇ ਆ। FIR ਨਹੀਂ ਛੇਤੀ ਦਰਜ ਹੁੰਦੀ। ਕਿ ਥਾਣਿਆਂ ਦੇ ਵਿੱਚ ਜਾਂ ਸਰਕਾਰੀ ਕੰਮਾਂ ਦੇ ਵਿੱਚ ਲੀਡਰਾਂ ਦੀ ਦਖਲਅੰਦਾਜ਼ੀ ਮੁੱਕ ਗਈ ਹੈ। ਗਰੀਬਾਂ ਦਾ ਰਾਸ਼ਨ ਕਾਰਡ ਜਿਹੜਾ ਲੈਣ ਵਾਲੇ ਮਰਸਡੀਜ਼ ਚਾਹੁੰਦੇ ਆ, ਵੇਖੋ ਡੀਪੋ ਵਾਲੇ, ਚੱਕੀ ਵਾਲੇ, ਫੂਡ ਸਪਲਾਈ ਡਿਪਾਰਟਮੈਂਟ ਦੇ ਅਫਸਰ ਸਭ ਮਿਲੇ ਆ ਵੀ ਜਿਹਨੂੰ ਦੇਖੋ ਸਸਤਾ ਰਾਸ਼ਨ। ਅਸੀਂ ਤੇ ਕਈ ਵਾਰੀ ਕੀਤਾ ਕਿ ਗੱਲ ਕੀਤੀ ਵੀ ਇਹ ਦੇਣਾ ਸਰਕਾਰ ਨੇ ਕਿੰਨਾ ਹੁੰਦਾ, ਦੇਣਾ ਦਿੰਦੇ ਕਿੰਨਾ, ਸਭ ਮਾਲ ਖਾਈ ਜਾਂਦੇ ਆ। ਸਾਹਮਣੇ ਆਉਂਦਾ ਵੀ ਆ। ਇੱਥੇ ਤੇ ਬਾਹਰੋਂ ਲਿਆ ਕੇ ਝੋਨਾ, ਕਿਉਂਕਿ ਬਾਹਰ ਸਸਤਾ ਹੈ, ਪੰਜਾਬ ਸਰਕਾਰ ਦਾ ਮਹਿੰਗਾ MSP ਦਿੰਦੀ ਹੈ, ਇੱਥੇ ਲਿਆਓ ਤੇ ਵੇਚੋ, ਮਾਲ ਕਮਾਓ। ਤੇ ਇਦਾਂ ਕਣਕ ਦਾ ਕਰੋ, ਬਾਹਰੋਂ ਲਿਆਓ ਤੇ ਵੇਚੋ। ਹੁਣ ਜਿਹੜੇ ਨੌਜਵਾਨ ਜਿਨ੍ਹਾਂ ਨੇ ਆਜ਼ਾਦੀ ਦਾ ਸੁਪਨਾ ਵੇਖਿਆ 1947 ਤੋਂ ਪਹਿਲਾਂ, ਫਾਂਸੀਆਂ ਤੇ ਚੜ ਗਏ, ਆਪਣੇ ਪ੍ਰਾਣਾਂ ਦੀ ਆਹੂਤੀ ਦੇਤੀ ਉਹਨਾਂ ਨੂੰ ਤੇ ਲਾਲਚ ਮਿਲੇ ਹੀ ਹੋਣੇ ਨਾ। ਹੁਣ ਅੱਜ ਅਸੀਂ ਕਾਲੇ ਅੰਗਰੇਜ਼ਾਂ ਦੇ ਗੁਲਾਮ ਹੋ ਗਏ ਆ। ਸਾਡੇ ਸਿਰ ਤੇ ਆ ਕੇ ਬਹਿ ਗਏ ਤੇ ਕਹਿੰਦੇ ਵੀ ਜੇਲ੍ਹਾਂ 'ਚ ਅਵੈਧ ਕਾਰੋਬਾਰ ਹੋ ਰਿਹਾ, ਨੈਟਵਰਕ ਚੱਲ ਰਿਹਾ, ਤੇ ਜੇਲ੍ਹਾਂ 'ਚੋਂ ਗੈਂਗਸਟਰ ਬੈਠੇ ਇੰਟਰਵਿਊ ਦਿੰਦੇ ਆ। ਪੁਲਿਸ ਜਿਹਦੇ ਤੇ ਲੋਕ ਸਭ ਤੋਂ ਜ਼ਿਆਦਾ ਵਿਸ਼ਵਾਸ ਕਰਦੇ ਆ ਤੇ ਜਿਹਦੇ ਤੇ ਕ੍ਰਾਈਮ ਖਤਮ ਕਰਨ ਦੀ ਜ਼ਿੰਮੇਵਾਰੀ ਹੈ, ਉਹਦੇ 'ਚ ਰਾਜਜੀਤ ਵਰਗੇ ਤੇ ਇੰਦਰਜੀਤ ਵਰਗੇ ਕਈ ਐਸੀਆਂ ਕਾਲੀ ਭੇਡਾਂ ਸ਼ਾਮਲ ਹੋ ਗਈਆਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨਸ਼ੇ ਦਾ ਦਰਿਆ ਜਿਹੜਾ ਵਗਦਾ ਪਿਆ ਨਾ, ਉਹਨੂੰ ਵਧਣ ਫੁੱਲਣ 'ਚ ਮਦਦ ਕੀਤੀ। ਤੇ ਕਿੰਨੇ ਦਿਨ ਹੋ ਗਏ ਵੀ ਰਾਜਜੀਤ ਨੂੰ ਲੱਭ ਰਿਹਾ ਵੀ ਉਹਨੂੰ ਪਤਾਲ ਖਾ ਗਈ ਹੈ ਕਿ ਅਸਮਾਨ ਖਾ ਗਿਆ। ਹੁਣ ਸਵਾਲ ਇਹ ਹੈ ਕਿ ਕਈ ਇਹ ਵੀ ਰਿਪੋਰਟਾਂ ਹੈ ਵੀ ਕਈ ਬੇਕਸੂਰਾਂ ਦਾ ਭੁੱਖ ਇਹਨਾਂ ਨੇ ਬਰਬਾਦ ਕਰਤਾ, ਪੈਸੇ ਲਏ, ਉਹਨੂੰ ਕਹਤਾ ਤੈਨੂੰ ਫਸਾ ਦਿਆਂਗੇ, ਲਿਆ 5 ਲੱਖ, ਲਿਆ 10 ਲੱਖ, ਇਹਨਾਂ ਦੀ ਫੀਸ ਹੀ ਬੜੀ ਮੋਟੀ ਹੈ।
ਕੀ ਹੋਇਆ ਕਿ ਕਿਸੇ ਲੀਡਰ ਨੂੰ ਦਿਸਦਾ ਨਹੀਂ ਸੀ, ਕਿਸੇ ਅਫਸਰ ਨੂੰ ਨਹੀਂ ਸੀ ਦਿਖਦਾ, ਲੋਕਾਂ ਨੂੰ ਨਹੀਂ ਸੀ ਦਿਖਦਾ। ਤੁਸੀਂ ਇਹ ਦੇਖੋ ਜ਼ਹਿਰ ਵੇਚਣ ਵਾਲੇ ਜਿਹੜੇ ਸੁਦਾਗਰ ਹੈ ਉਹਨਾਂ ਨੂੰ ਰਿਹਾ ਕਰਾਉਣ 'ਚ ਮਦਦ ਕੀਤੀ ਇਹਨਾਂ ਨੇ। ਹੁਣ ਅਸੀਂ ਅੱਗੇ ਵੀ ਗੱਲ ਕੀਤੀ ਸੀ ਸਿੰਗਾਪੁਰ ਦੀ ਵੀ 31 ਗ੍ਰਾਮ ਹੈਰੋਇਨ ਵਾਲੇ ਨੂੰ ਫਾਂਸੀ ਦੇ ਦਿੱਤੀ ਜਾਂਦੀ ਤੇ ਇੱਥੇ 10-10 ਕਿਲੋ ਵਾਲੇ ਬਾਹਰ ਤੁਰੇ ਫਿਰਦੇ ਆ। ਹੁਣ ਆਏ ਦਿਨ ਗੈਂਗਵਾਰ ਹੁੰਦੀ ਹੈ, ਮਾਰ ਕੇ ਕਹਿੰਦੇ ਫੇਸਬੁੱਕ ਤੇ ਪੋਸਟ ਪਾ ਦਿੰਦੇ ਆ ਅਸੀਂ ਮਾਰਿਆ ਜੇ। ਮਤਲਬ ਇਹਨਾਂ ਚੀਜ਼ਾਂ ਤੋਂ ਕਦੋਂ ਆਜ਼ਾਦੀ ਮਿਲੇਗੀ, ਇਹ ਸਭ ਤੋਂ ਵੱਡਾ ਸਵਾਲ ਹੈ। ਹੁਣ ਹਰ ਚੀਜ਼ 'ਚ ਲੀਡਰ ਕਮਿਸ਼ਨ ਖਾਂਦੇ। ਜੇ ਪੰਜਾਬ 'ਚ ਅਸੀਂ 3 ਲੱਖ ਕਰੋੜ ਦੀ ਕਰਜ਼ੇ ਦੀ ਗੱਲ ਕਰਦੇ ਆ ਨਾ, ਤੇ ਰਾਜਪਾਲ ਸਾਹਿਬ ਕਹਿੰਦੇ ਉਹਨਾਂ ਨੇ 50,000 ਕਰੋੜ ਕਰਜ਼ਾ ਹੋਰ ਲੈ ਲਿਆ 1 ਸਾਲ ਦੇ ਵਿੱਚ। ਤੇ ਅੱਜ ਵੀ ਹਰਪਾਲ ਸਿੰਘ ਚੀਮਾ ਨੇ ਉਹਦਾ ਕੋਈ ਬਿਆਨ ਜਵਾਬ ਨਹੀਂ ਦਿੱਤਾ, ਉਹਨਾਂ ਨੂੰ ਪੁੱਛਿਆ ਗਿਆ ਸੀ ਸਵਾਲ ਇਹ। ਹੁਣ ਦੇਸ਼ ਦੇ ਉੱਤੇ ਵੀ ਬਹੁਤ ਸਾਰਾ ਕਰਜ਼ਾ ਹੈ। ਵੱਡੇ ਆਦਮੀ ਦੀ ਕਿਉਂ ਸੈਟਲਮੈਂਟ ਹੋ ਜਾਂਦੀ ਜੀ ਬੈਂਕਾਂ ਦੇ ਨਾਲ? ਲੱਖਾਂ ਕਰੋੜ ਰੁਪਏ ਕਰਜ਼ਾ ਇਹ ਲੈ ਕੇ ਭੱਜ ਗਏ। ਹੁਣ ਆਯੁਸ਼ਮਾਨ ਹੋਵੇ ਪਿੱਛੇ ਕੈਗ ਨੇ ਇੱਕ ਰਿਪੋਰਟ ਕੀਤੀ ਆ, ਖੁਲਾਸਾ ਕੀਤਾ ਵੀ 1 ਨੰਬਰ ਤੋਂ ਹੀ 7.5 ਲੱਖ ਬੰਦੇ ਨੂੰ ਪੇਮੈਂਟ ਹੋ ਗਈ। ਕਿੱਦਾਂ ਵੀ ਕਿਹੜੇ ਬੰਦੇ ਆ ਵੀ ਕੁਝ ਕਰੋਗੇ? ਇੱਥੇ ਇੱਕ ਬੰਦਾ ਆਪਣੀ ਜਨਾਨੀ ਨੂੰ ਹਸਪਤਾਲ ਮਰੀਜ਼ ਬਣਾ ਕੇ ਪਾ ਦਿੰਦਾ, ਉਹਦੇ ਪੈਸੇ ਲਈ ਜਾਂਦਾ। ਸ਼ਿਕਾਇਤ ਕਰੋ, ਹੁੰਦਾ ਕੱਖ ਨਹੀਂ, ਕੋਈ ਸਭ ਨੂੰ ਆਪਣੀ ਫੀਸ ਮਿਲੀ ਜਾਂਦੀ ਹੈ। ECHS ਦਾ ਘੁਟਾਲਾ ਹੁੰਦਾ, ਬ੍ਰਿਗੇਡੀਅਰ ਦੇ ਉਹਦੇ ਤੇ ਹੁੰਦੀ ਹੈ FIR, ਉਹਦੇ ਬਿਆਨਾਂ ਤੇ ਮੁੜ ਕੇ ਉਹਨਾਂ ਨੂੰ ਉਹ ਮਿਲ ਜਾਂਦੀ ਹੈ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ। ਇੱਦਾਂ ਹੀ ਹੁਣ ਇਹ ਵੀ ਆਰੋਪ ਲਾਦੇ ਗੈਂਗਸਟਰਾਂ ਦੀ ਮਦਦ ਕਰਦੇ ਆ ਲੀਡਰ ਸਾਹਿਬ। ਹੁਣ ਜਾਖੜ ਸਾਹਿਬ ਨੇ ਇੱਕ ਕਿਹਾ ਸੀ ਵੀ ਜੇ ਮੈਂ ਕਿਸੇ ਇੱਕ ਲੀਡਰ ਤੇ ਹੁਣੇ 2 ਦਿਨ ਪਹਿਲੇ ਦੀ ਗੱਲ ਆ, ਤੇ ਉਸੇ ਲੀਡਰ ਦੇ ਉੱਤੇ ਸੁਖਜਿੰਦਰ ਰੰਧਾਵਾ ਤੇ ਆਰੋਪ ਹੈ ਵੀ ਇਹਨੇ ਇੱਕ ਮੁਖਤਾਰ ਅੰਸਾਰੀ ਯੂਪੀ ਦਾ ਜਿਹੜਾ ਬਾਹੂਬਲੀ ਹੈ ਉਹਨੂੰ ਇੱਥੇ ਰੱਖਿਆ, 55 ਲੱਖ VVIP ਨੂੰ ਸੁਵਿਧਾਵਾਂ ਦਿੱਤੀਆਂ, 55 ਲੱਖ ਰੁਪਏ ਫੀਸ ਵੀ ਦਿੱਤੀ, ਵਕੀਲਾਂ ਦੀ ਦਿੱਤੀ ਨਹੀਂ। ਹੁਣ ਉਹਦਾ ਵੀ ਲੜਕਾ ਪਿਆ, ਸਰਕਾਰ ਕਹਿੰਦੀ ਅਸੀਂ ਤੇ ਦੇਣੀ ਨਹੀਂ, ਉਹ ਕਹਿੰਦੇ ਅਸੀਂ ਵਸੂਲਾਂਗੇ ਇਹਨਾਂ ਕੋਲ। ਵਿਧਾਨ ਸਭਾ 'ਚ ਵੀ ਇਹ ਮੁੱਦਾ ਉਹ ਕਹਿੰਦੇ ਵਸੂਲਾਂਗੇ ਕੈਪਟਨ ਸਾਹਿਬ ਕੋਲੋਂ ਤੇ ਸੁਖਜਿੰਦਰ ਰੰਧਾਵਾ ਕੋਲੋਂ। ਪਰ ਚਲੋ ਫਿਰ ਰੰਧਾਵਾ ਸਾਹਿਬ ਕਹਿੰਦੇ ਕੋਈ ਫੀਸ ਦਿੱਤੀ ਨਹੀਂ, ਵਸੂਲੋ ਕੋਈ ਕਾਦੀ ਵੀ। ਇਹਨਾਂ ਨੂੰ ਮਸਾ ਸ਼ਰਮ ਨਹੀਂ, ਲੱਥੀ ਚੜੀ ਨਹੀਂ ਇਹਨਾਂ ਨੂੰ ਕੋਈ ਵੀ। ਹੁਣ ਗਵਾਹ ਨੂੰ ਪਰੇਸ਼ਾਨ ਕੀਤਾ ਜਾਂਦਾ। ਹੁਣ ਸਰਪੰਚ ਬਣਨ ਵਾਸਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ। ਅੱਜ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਵੀ ਹੁਣ ਇਲੈਕਸ਼ਨ ਹੋਣੇ ਪੰਚਾਇਤਾਂ ਦੇ, ਤੇ ਵੀ ਇਹ ਨਾ ਵੀ ਤੁਸੀਂ ਇਹ ਸਮਝੋ ਵੀ 30 ਲੱਖ ਲਾ ਕੇ ਜਾਂ 40 ਲੱਖ ਲਾ ਕੇ ਮੈਂ 3 ਕਰੋੜ ਕਮਾਣੇ ਆ, ਉਹ ਨਹੀਂ ਸੀ ਹੋਣ ਦੇਣਾ। ਮਤਲਬ ਇਹਦਾ ਮਤਲਬ ਕਿ ਮੁੱਖ ਮੰਤਰੀ ਸਾਹਿਬ ਨੂੰ ਪੂਰਾ ਪਤਾ, ਰਿਪੋਰਟਾਂ ਉਹਨਾਂ ਕੋਲ ਪਹੁੰਚੀਆਂ ਵੀ ਕਿਸ ਤਰ੍ਹਾਂ ਪੈਸੇ ਖਾਂਦੇ ਆ। ਵੀ ਤਦੇ ਤਾਂ ਅਸੀਂ ਨਾਲੀਆਂ ਗਲੀਆਂ ਚੋਂ ਬਾਹਰ ਨਹੀਂ ਨਿਕਲੇ। ਹੁਣ ਤੁਸੀਂ ਦੇਖੋ ਅਸੀਂ ਕਿਤੇ ਨਾ ਕਿਤੇ ਗਲਤ ਆ। ਅਸੀਂ ਲੋਕ ਜਿਹੜੇ ਆ ਪੈਸੇ ਲੈ ਕੇ ਵੋਟ ਪਾਉਂਦੇ ਆ, ਸ਼ਰਾਬ ਲੈ ਕੇ ਵੋਟ ਪਾਉਂਦੇ ਆ। ਕਿਸੇ ਦੇ ਘਰ ਦੇ ਬਾਹਰ ਬੱਤੀ ਲੱਗ ਜਾਂਦੀ ਹੈ, ਕਿਸੇ ਦਾ ਰਾਸ਼ਨ ਕਾਰਡ ਬਣ ਜਾਂਦਾ, ਕਿਸੇ ਦਾ ਆਯੁਸ਼ਮਾਨ ਕਾਰਡ ਬਣ ਜਾਂਦਾ, ਉਹ ਕਹਿੰਦਾ ਮੈਂ ਵੋਟ ਤੈਨੂੰ ਪਾ ਦੂੰਗਾ। ਵੀ ਵਿਕ ਤੇ ਅਸੀਂ ਵੀ ਗਏ ਨਾ। ਜਾਤ ਪਾਤ ਦੇ ਨਾਂ ਤੇ ਵੰਡਤਾ, ਧਰਮ ਦੇ ਨਾਂ ਤੇ ਸਾਨੂੰ ਵੰਡਤਾ। ਅਸੀਂ ਹਿੰਦੁਸਤਾਨੀ ਤੇ ਕਦੀ ਰਹੇ ਨਹੀਂ। ਕੋਈ ਪੰਜਾਬੀ ਹੈ, ਕੋਈ ਗੁਜਰਾਤੀ ਹੈ, ਕੋਈ ਮਰਾਠੀ ਹੈ, ਕੋਈ ਹਿਮਾਚਲੀ ਹੈ, ਕੋਈ ਹਰਿਆਣਵੀ ਹੈ, ਤੇ ਕੋਈ ਤਮਿਲ ਹੈ, ਕੋਈ ਤੇਲਗੂ ਹੈ। ਮਤਲਬ ਵੱਖਰੇ ਵੱਖਰੇ ਅਸੀਂ ਉਹਨਾਂ 'ਚ ਵੰਡੇ ਹੋਏ ਹਾਂ। ਵੀ ਠੀਕ ਹੈ, ਹੁਣ ਕਦੋਂ ਇਹਨਾਂ ਚੀਜ਼ਾਂ ਤੋਂ ਮੁਕਤੀ ਮਿਲੇਗੀ? ਹੁਣ ਭ੍ਰਸ਼ਟਾਚਾਰੀਆਂ ਨੂੰ ਅਸੀਂ ਕਈ ਵਾਰੀ ਕਿਹਾ ਵੀ ਕਿਉਂ ਅਹਿਮ ਪਦਾਂ ਤੇ ਉਹਨਾਂ ਨੂੰ ਲਾਇਆ ਜਾਂਦਾ, ਵੀ ਜਿਹੜਾ ਇੱਕ ਵਾਰੀ ਫੜਿਆ ਹੀ ਗਿਆ ਰੰਗੇ ਹੱਥੀ ਪੈਸੇ ਲੈਂਦਾ, ਵੀ ਉਹਨੂੰ ਡਿਸਮਿਸ ਕਰਕੇ ਘਰ ਭੇਜ ਦਿਓ, ਉਹਦੀ ਥਾਂ ਤੇ ਕੋਈ ਹੋਰ ਭਰਤੀ ਕਰ ਲਓ। ਅੱਜ ਦਿਨ ਕੋਈ ਪੁਲਿਸ ਵਾਲਾ, ਕੱਲ ਹੀ ਇੱਕ ਬੰਦਾ ਫੜਿਆ ਗਿਆ ਜਿਹੜਾ ਉਹ ਮਾਈਨਿੰਗ ਡਿਪਾਰਟਮੈਂਟ ਦਾ SDO ਸਾਹਿਬ ਸੀਗੇ, ਉਹ ਕਹਿੰਦੇ ਵੀ ਲਿਆ, ਉਹ ਸ਼ਿਕਾਇਤ ਹੋਣੀ ਨਹੀਂ, ਉਹ ਜਾਲੀ NOC ਜਿਹੜੀ ਦਿੱਤੀ ਤਾਂ ਜਾਲੀ ਨਿਕਲੀ। ਉਹ ਕਹਿੰਦੇ ਵੀ ਚਲੋ, ਮਤਲਬ ਇਹ ਸਾਰੀਆਂ ਜਿਹੜੀਆਂ ਗੱਲਾਂ ਇਹ ਸਾਨੂੰ ਸੋਚਣਾ ਪਏਗਾ। ਲੀਡਰ ਨਜ਼ਰ ਆਉਂਦੇ ਕਿ ਜਦੋਂ ਵੋਟ ਲੈਣਾ ਹੋਇਆ ਉਹਦਾ ਕਹਿੰਦੇ ਜਨਤਾ ਜਨਾਰਦਨ ਆ, ਸਾਨੂੰ ਵੋਟ ਪਾਇਆ। ਅੱਗੇ ਪਿੱਛੇ ਕਿ ਤੁਹਾਨੂੰ ਵਿਖੇ, ਤੁਸੀਂ ਕਦੀ ਮਿਲ ਕੇ ਵਿਖਾਓ ਇਹਨਾਂ ਨੂੰ। ਨਾ ਇਹਨੇ ਤੁਹਾਡਾ ਫੋਨ ਚੁੱਕਣਾ, ਨਾ ਇਹਨਾਂ ਨੇ ਤੁਹਾਨੂੰ ਮਿਲਣਾ। ਬਾਹਰ ਖਿਲਾਰਨਗੇ, ਪਹਿਲੇ ਤਾਂ ਇੰਤਜ਼ਾਰ ਕਰਨਗੇ, ਬਾਹਰ ਭੇਜ ਦਿੰਦੇ ਨਹੀਂਗੇ। ਹੁਣ IAS ਅਫਸਰ ਤੇ ਆਪਣੇ ਆਪ ਨੂੰ ਰੱਬ ਸਮਝਦੇ ਆ ਵੀ ਅਸੀਂ ਪਤਾ ਨਹੀਂ ਰੱਬ ਹੀ ਬਣ ਗਏ। ਸਾਰੇ ਨਹੀਂ, ਕੁਛ ਜਿਹੜੇ ਕਿ ਬੇੜਾ ਗਰਕ ਕਰਨ ਦੇ ਇਸ ਮਾਸ਼ਰੇ ਦਾ। ਹੁਣ ਤੁਸੀਂ ਦੇਖੋ ਜਨਤਾ ਨੂੰ ਭਿਖਾਰੀ ਬਣਾ ਕੇ ਰੱਖਤਾ ਮੁਫਤਖੋਰੀ ਨੇ। ਆਏ ਦਿਨ ਇਹਨੂੰ ਰਾਸ਼ਨ ਮੁਫਤ, ਬੱਤੀ ਮੁਫਤ, ਪਾਣੀ ਮੁਫਤ। ਉਹ ਮੁਫਤ ਤੇ ਤੁਸੀਂ ਲੋਕਾਂ ਨੂੰ ਕੰਮ ਹੀ ਨਹੀਂ ਕਰਨਾ। ਮੇਰੀ ਪੁਲਿਸ ਉੱਤੇ ਕਰਨੇ ਗੱਲ ਕਹਿੰਦੇ ਲੋਕਾਂ ਨੂੰ ਜਦੋਂ ਮੁਫਤ ਮਿਲਣਾ ਸਾਰਾ ਕੁਝ, ਕਿਉਂ ਲੁੱਟਾਂ ਖੋਹਾਂ ਹੁੰਦੀਆਂ ਪਈਆਂ? ਬਾਹਰੋਂ ਇੱਥੇ ਆਉਂਦਾ ਹੈ ਕੋਈ ਵਿਚਾਰਾ ਘੁੰਮਣ ਆਉਂਦਾ ਵੀ ਅਸੀਂ ਗੁਰੂ ਨਗਰੀ ਚੱਲੇ ਆ, ਕਿ ਇਹਦਾ ਪਰਸ ਖੋਇਆ। ਇੱਕ ਜਨਾਨੀ ਤੁਹਾਨੂੰ ਲੜਕੀ ਇੱਕ ਮਰ ਗਈ ਸੀ, ਤੁਹਾਨੂੰ ਯਾਦ ਹੋਣਾ, ਬਾਰਡਰ ਤੇ ਗਈ ਸੀਗੀ, ਪਰਸ ਖੋਇਆ ਉਹਦਾ, ਤੇ ਉਹ ਆਟੋ ਚੋਂ ਥੱਲੇ ਡਿੱਗੀ, ਦਾ ਸਿਰ ਜ਼ਮੀਨ ਤੇ ਵੱਜਿਆ ਤੇ ਉਹ ਮਰ ਗਈ। ਕੌਣ ਆਏਗਾ ਇੱਥੇ? ਵੀ ਇਹਨਾਂ ਸਾਰੀਆਂ ਸੁਵਿਧਾਵਾਂ, ਸਾਰੇ ਪੱਤੇ ਇਹ ਜਨਤਾ ਦੇ ਟੈਕਸ ਦਿੱਤੇ ਹੋਏ, ਟੈਕਸ ਤੋਂ ਲੈਂਦੇ। ਤੇ ਜਨਤਾ ਨੂੰ ਕੀ ਮਿਲਦਾ? ਬਾਬਾ ਜੀ ਦਾ ਠੁੱਲੂ। ਜਨਤਾ ਨੂੰ ਕੀ ਦਿੱਤਾ ਇਹਨਾਂ ਨੇ? ਹਵਾਈ ਜਹਾਜ਼ ਕਿੰਨੇ ਸਫ਼ਰ ਹੁੰਦੇ ਆ, ਜਿੱਥੇ ਜਾਣਾ VVIP ਸੁਵਿਧਾਵਾਂ ਮਿਲਣੀਆਂ। ਤੇ ਹੁਣ ਦੂਜਿਆਂ ਦੇ ਅਧਿਕਾਰਾਂ ਤੇ ਜਿਹੜਾ ਡਾਕਾ ਮਾਰਦੇ ਨਾ, ਵੀ ਗਰੀਬਾਂ ਦਾ ਰਾਸ਼ਨ ਖਾ ਲਏ। ਅਸੀਂ ਜਿਵੇਂ ਗੱਲ ਕੀਤੀ ਮਰਸਡੀਜ਼ ਦੀ, ਕਈ ਬੁਢਾਪਾ
ਹੁੰਦੇ ਨਹੀਂ, ਲੋੜ ਨਹੀਂ, ਪੈਨਸ਼ਨ ਖਾਈ ਜਾਂਦੇ ਆ, ਉਹ ਮੁਰਦਿਆਂ ਦੇ ਨਾਂ ਤੇ ਲੋਨ ਲਈ ਜਾਂਦੇ ਆ ਹੈ। ਵੀ ਤੁਸੀਂ ਇਹ ਦੇਖੋ ਵੀ ਆਹ ਸਾਡੀ ਆਜ਼ਾਦੀ ਦੇ 76 ਸਾਲਾਂ 'ਚ ਅਸੀਂ ਪਾਇਆ ਕੀ ਤੇ ਅਸੀਂ ਗਵਾਇਆ ਕੀ, ਅਸੀਂ ਉਹਦੀ ਗੱਲ ਕਰ ਰਹੇ ਹਾਂ। ਦੇਖ ਘੁਟਾਲੇ ਤੇ ਘੁਟਾਲੇ ਹੁੰਦੇ ਆ ਵੀ ਕਿਸੇ ਘੁਟਾਲੇ ਵਾਲੇ ਨੂੰ ਕੁਛ ਨੂੰ ਛੱਡ ਦਈਏ ਜਿਨ੍ਹਾਂ ਨੂੰ ਸਜ਼ਾਈ ਹੋਈ। ਉਹ ਸੁਰੇਸ਼ ਕਲਮਾੜੀ ਕਾਮਨਵੈਲਥ ਗੇਮਾਂ ਜਿਹਨਾਂ ਦਾ ਨਾਮ ਉਛਲਿਆ ਸੀਗਾ, ਫਿਰ ਉਸ ਤੋਂ ਬਾਅਦ ਉਹ 2G ਸਕੈਮ ਪੌਣੇ ਦਾ 2 ਲੱਖ ਕਰੋੜ ਦਾ ਘੁਟਾਲਾ, ਉਹ ਵੀ ਕਿਸੇ ਨੂੰ ਸਜ਼ਾ ਵੀ ਦੇ ਦਿਓ ਵੀ ਕੀ ਇਹ ਵੱਡੇ ਲੋਕਾਂ ਨੇ ਕਾਨੂੰਨ ਵੱਖਰਾ ਤੇ ਉਹ ਵਿਚਾਰੇ ਜੇਲ੍ਹਾਂ ਜਿਹੜੇ ਬੰਦੇ ਜਿਨ੍ਹਾਂ ਕੋਲ ਆਪਣੀ ਜ਼ਮਾਨਤ ਭਰਨ ਨੂੰ ਪੈਸੇ ਨਹੀਂ ਗਏ, ਵਕੀਲ ਵਾਸਤੇ ਪੈਸੇ ਨਹੀਂ ਗਏ, ਲੋਕ ਅਦਾਲਤਾਂ ਲਾ ਕੇ ਜੱਜਾਂ ਨੂੰ ਕੇਸ ਖਤਮ ਕਰਨੇ ਪੈਣ ਡਏ ਨੇ ਵੀ ਕਿਉਂਕਿ ਜੱਜ ਵੀ ਵਿਚਾਰੇ ਕੀ ਕਰਨ, ਉਹ ਵੀ ਤੇ ਇਨਸਾਨ ਨੇ ਨਾ। ਹੁਣ ਇਹ ਸਾਰੀਆਂ ਗੱਲਾਂ ਲੋਕਾਂ ਨੂੰ ਸੋਚਣੀਆਂ ਪੈਣਗੀਆਂ ਵੀ ਸਾਡੇ ਲਾਲਾ ਲਾਜਪਤ ਰਾਏ ਹੋ ਗਏ, ਚੰਦਰ ਸ਼ੇਖਰ ਆਜ਼ਾਦ ਹੋ ਗਿਆ, ਰਾਜਗੁਰੂ ਸੁਖਦੇਵ, ਸ਼ਹੀਦ ਭਗਤ ਸਿੰਘ, ਹੋਰ ਵੀ ਕਈ ਨਾਂ ਐਸੇ ਨੇ ਜਿਨ੍ਹਾਂ ਦੇ ਨਾਮ ਮੈਂ ਨਹੀਂ ਲੈ ਪਾਵਾਂਗਾ ਵੀ ਜਿਨ੍ਹਾਂ ਨੇ ਤੇ ਅੰਗਰੇਜ਼ਾਂ ਦੀ ਚਾਪਲੂਸੀ ਕੀਤੀ, ਉਹਨਾਂ ਦੇ ਕਈ ਪਰਿਵਾਰ ਇਸ ਵੇਲੇ ਵੀ ਮौज ਕਰ ਰਹੇ, ਰਾਜ ਕਰ ਰਹੇ, ਤੇ ਜਿਹੜੇ ਵਿਚਾਰੇ ਸ਼ਹੀਦ ਹੋ ਗਏ ਤੇ ਉਹ ਉਹਨਾਂ ਦੇ ਨਾਂ ਕਿੱਥੇ ਨੇ? ਕਹਿੰਦੇ ਵੀ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਤੋਂ ਕੋਈ ਪੁੱਛਦਾ ਨਹੀਂ ਤੇ ਉਹਨਾਂ ਦੇ ਘਰ ਵੀ ਖੰਡਰ ਬਣੇ ਨੇ, ਉਹਨਾਂ ਦੇ ਨਾਲ ਕੋਈ ਫੱਟੀ ਵੀ ਨਹੀਂ ਲੱਭਦੀ, ਤੇ ਜਿਹੜੇ ਵਜ਼ੀਰ ਹੋਏ ਉਹ ਜਿਹੜੇ ਉਦੋਂ ਚਾਪਲੂਸ ਹੋਏ ਉਹ ਵਜ਼ੀਰ। ਇਸ ਕਰਕੇ ਲੋਕਾਂ ਨੂੰ ਸਾਡੀ ਇਹ ਬੇਨਤੀ ਹੈ, ਸਮਝਣਾ ਪਏਗਾ ਵੀ ਸਾਨੂੰ ਇਹ 76 ਸਾਲਾਂ ਦੀ ਆਜ਼ਾਦੀ 'ਚ ਮਿਲਿਆ ਕੀ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਤੁਸੀਂ ਕੀ ਕਰ ਰਹੇ ਹੋ। ਹਵਾ ਸਾਡੀ ਖਰਾਬ ਹੈ, ਪਾਣੀ ਸਾਡਾ ਖਰਾਬ ਹੈ, ਖਾਣ ਪੀਣ ਸਾਡਾ ਖਰਾਬ ਹੈ। ਪਿੱਛੇ ਇੱਕ ਖਬਰ ਆਈ ਸੀ ਕਿ ਸਾਡੀ ਬਾਸਮਤੀ ਲੈਣ ਨੂੰ ਅਰਬ ਦੇਸ਼ਾਂ ਨੇ ਇਨਕਾਰ ਕਰਤਾ ਵੀ ਕਹਿੰਦੇ ਤੁਹਾਡੇ ਇੱਥੇ ਜ਼ਹਿਰੀਲੀਆਂ ਦਵਾਈਆਂ ਤੁਸੀਂ ਛਿੜਕੀ ਜਾਂਦੇ ਹੋ, ਕੈਂਸਰ ਦੇ ਮਰੀਜ਼ ਵਧੀ ਜਾਂਦੇ ਆ। ਕਰੋਨਾ ਆਇਆ ਤੇ ਅਫਸਰਾਂ ਨੇ ਮਾਲ ਉਹ ਖਾਦਾ, ਰਾਜੇ ਵੀ ਸ਼ੁਕਰ ਹੈ ਉਹਨਾਂ ਨੂੰ, ਤੇ ਕਹਿੰਦੇ ਵਾਰੇ ਨਿਆਰੇ ਹੋ ਗਏ। 90 ਕਰੋੜ ਰੁਪਏ ਦੀ ਗ੍ਰਾਂਟ ਆਈ ਤੇ ਮੈਨੂੰ ਨਹੀਂ ਲੱਗਦਾ 9 ਕਰੋੜ ਰੁਪਏ ਵੀ ਖਰਚ ਕੀਤਾ ਹੋਵੇ, ਤੇ ਆਰਟੀਆਈ 'ਚ ਇਨਫੋਰਮੇਸ਼ਨ ਮੰਗ ਲਓ ਤੇ ਰੋਣ ਲੱਗ ਪੈਂਦੇ ਆ ਵੀ ਆਏ ਸਾਡੀ ਇਨਫੋਰਮੇਸ਼ਨ ਮੰਗ ਲਈ। ਮਤਲਬ ਸਾਰੀਆਂ ਗੱਲਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇਖੋ ਲੱਗੇ ਤੇ ਹੋਏ ਆ ਵਿਚਾਰੇ, ਪਰ ਉਹਨਾਂ ਨੂੰ ਵੀ ਅਫਸਰ ਲੱਗਦਾ ਕਿਤੇ ਨਾ ਕਿਤੇ ਅਫਸਰਸ਼ਾਹੀ ਹੋ ਜਾਂਦੀ ਵੀ ਅਫਸਰ ਬੰਦੇ ਦੀ ਗੱਲ ਕਿਉਂ ਨਾ ਸੁਣੇ। ਅਫਸਰ ਕਿਉਂ ਬੈਠਾ ਦਫ਼ਤਰ ਦੇ ਵਿੱਚ? ਅਫਸਰ ਦਾ ਕੰਮ ਹੈ ਲੋਕਾਂ ਦੀ ਗ੍ਰੀਵੈਂਸਸ ਸੁਣਨਾ, ਲੋਕਾਂ ਦੇ ਦਿੱਤੇ ਟੈਕਸ ਤੋਂ ਉਹਨੂੰ ਪੈਸੇ ਮਿਲਦੇ ਨੇ, ਤੇ 76 ਸਾਲਾਂ ਦੇ ਵਿੱਚ ਤੁਸੀਂ ਤੇ ਬਹਿ ਕੇ ਰਾਜੇ ਬਣ ਗਏ, ਅੰਦਰ ਬਹਿ ਕੇ ਏਸੀ ਚੱਲਦਾ, ਬੰਦਾ ਜਨਤਾ ਬਾਹਰ ਗਰਮੀ 'ਚ ਮਰਦੀ ਹੁੰਦੀ ਹੈ, ਪਸੀਨਾ ਪੂੰਝਦਾ, ਉਹਨੂੰ ਕੋਈ ਪਾਣੀ ਪਿਆਉਣ ਵਾਲਾ, ਤੇ ਤੁਸੀਂ ਤੇ 3 ਵਾਰ ਅੰਦਰ ਚਾਹ ਪੀ ਲੈਂਦੇ ਜੇ। ਇਸ ਕਰਕੇ ਸਾਰੀ ਲੋਕਾਂ ਨੂੰ ਇਹ ਅਪੀਲ ਹੈ ਵੀ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਹੋਵੋ ਵੀ ਹੁਣ ਗੁਲਾਮ ਨਹੀਂ ਰਹੇ। ਸਾਡੇ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਆਮ ਬੰਦੇ ਨੂੰ ਉਹੀ ਰਾਈਟ ਦਿੱਤੇ ਨੇ, ਤੇ ਕਾਨੂੰਨ ਵੀ ਸਭ ਲਈ ਇੱਕੋ ਜਿਹਾ। ਇਹ ਨਹੀਂ ਵੀ ਕਿਸੇ ਅਫਸਰ ਵਾਸਤੇ ਕਾਨੂੰਨ ਵੱਖਰਾ ਹੈ, ਪਰ ਉਹਨੂੰ ਤੋੜ ਮੜੋ ਆਪਣੇ ਲਈ ਲੈਂਦਾ ਵੀ ਠੀਕ ਹੈ ਵੀ IAS ਅਫਸਰ ਦਾ ਨਾਂ ਜੇ ਆ ਜਾਂਦਾ ਵੀ ਘੁਟਾਲੇ ਦੇ ਵਿੱਚ, ਤੇ ਕਹਿੰਦੇ ਵੀ ਕੋਈ ਗੱਲ ਨਹੀਂ, ਮਨਜ਼ੂਰੀ ਨਹੀਂ ਦੇਣੀ ਅਸੀਂ ਹੁਣ। ਮਤਲਬ ਸਾਰੀਆਂ ਗੱਲਾਂ ਇਸ ਕਰਕੇ ਕਰਨ ਦੀ ਲੋੜ ਪਈ ਅੱਜ ਕਿ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ। ਲੋਕ ਜਾਗਰੂਕ ਹੋਏ ਤੇ ਪੰਜਾਬ 'ਚ ਬਦਲਾਵ ਆ ਗਿਆ। ਇਹ ਕਿਹਾ ਜਾਂਦਾ ਸੀ ਦੋਨੋਂ ਰਵਾਇਤੀ ਪਾਰਟੀਆਂ ਆਪਸ 'ਚ ਮਿਲ ਕੇ ਜਿਹੜੀਆਂ ਇਲੈਕਸ਼ਨ ਲੜਦੀਆਂ, ਇੱਕ ਵਾਰੀ ਉਹ ਖਾਂਦੇ ਮਾਲ, ਇੱਕ ਵਾਰੀ ਇਹ ਮਾਲ ਖਾਂਦੇ ਆ। ਇਸੇ ਕਰਕੇ ਬਦਲਾਵ ਆਇਆ। ਪੰਜਾਬੀਆਂ ਨੇ ਕੰਮ ਚੰਗਾ ਕੀਤਾ ਤੇ ਇਹਨਾਂ ਸਰਕਾਰ ਦੇ ਉਹ ਬੰਦਿਆਂ ਨੂੰ ਵੀ ਮਤਲਬ ਸਾਡੀ ਇੱਕ ਬੇਨਤੀ ਹੈ ਵੀ ਤੁਸੀਂ ਵੀ ਬਦਲਾਵ ਕਰਕੇ ਚੁਣੇ ਗਏ ਤੇ ਲੋਕਾਂ ਦੇ ਹਿੱਤਾਂ ਦਾ ਕੰਮ ਕਰੋ। ਆਪਣੇ ਹਿੱਤਾਂ ਦਾ ਨਾ ਸੋਚੋ, ਆਪਣੇ ਤੇ ਸੋਚੋ, ਪਰ ਲੋਕਾਂ ਨੂੰ ਵੀ ਕੁਝ ਦਿਓ, ਤੇ ਨਹੀਂ ਤੇ 3 ਸਾਲ ਬਾਅਦ ਲੋਕ ਤੁਹਾਨੂੰ ਫਿਰ ਬਦਲ ਦੇਣਗੇ। ਸਵਾਲ ਇਹ ਹੈ ਨਾ ਜੀ ਕਿ ਭ੍ਰਿਸ਼ਟਾਚਾਰ ਦੀ ਗੱਲ ਤੇ ਅਸੀਂ ਕਰਦੇ ਹਾਂ, ਮੁੱਕਿਆ ਇਤੋਂ ਸਾਬਤ ਹੋ ਗਿਆ ਜਦੋਂ ਰੈਵਨਿਊ ਅਫਸਰ ਚਿੱਠੀ ਲਿਖਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ, ਤੇ ਉਸ ਤੋਂ ਬਾਅਦ ਦੋਵੇਂ ਧਿਰਾਂ ਚੁੱਪ ਨੇ, ਨਾ ਉਧਰੋਂ ਕੋਈ ਜਵਾਬ ਆਇਆ ਤੇ ਨਾ ਉਧਰੋਂ ਕੋਈ ਜਵਾਬ ਆਇਆ। ਡਾਕਟਰ ਸਾਹਿਬ, ਅੱਜ ਆਜ਼ਾਦੀ ਦੇ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਵਾਰੀ ਫੇਰ ਲਾਲ ਕਿਲੇ ਤੋਂ ਭਾਸ਼ਣ ਦੇ ਦੌਰਾਨ ਪਰਿਵਾਰਵਾਦ ਤੇ ਨਿਸ਼ਾਨਾ ਸਾਧਿਆ। ਦੇਖੋ ਉਹਨਾਂ ਨੇ ਪਰਿਵਾਰਵਾਦ ਦੀ ਗੱਲ ਤਾਂ ਕੀਤੀ, ਹੈ ਨਾਂ ਤੇ ਨਹੀਂ ਲਿਆ ਖੈਰ ਉਹਨਾਂ ਨੇ, ਕਿਉਂਕਿ ਉਹਨਾਂ ਦਾ ਇਸ਼ਾਰਾ ਤੇ ਇੱਧਰ ਸੀ ਨਾ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਸੋਨੀਆ ਗਾਂਧੀ ਵੱਲ ਵੀ, ਜਿਹਦਾ ਪਹਿਲਾਂ ਚੱਲਦਾ ਆਇਆ ਉਹੀ ਉਹ ਚੱਲਣ ਡਿਆ। ਪਰ ਪਰਿਵਾਰਵਾਦ ਕਿੱਥੇ ਨਹੀਂ ਹੈ। ਠੀਕ ਹੈ, ਬਹੁਤ ਸਾਰੇ BJP ਦੇ ਵਿੱਚ ਬਹੁਤ ਸਾਰੇ ਲੀਡਰ ਐਸੇ ਜਿਨ੍ਹਾਂ ਦੀ ਕੋਈ ਪਹਿਲੀ ਪੀੜ੍ਹੀ ਜਾਂ ਅਗਲੀ ਪੀੜ੍ਹੀ ਨਹੀਂ ਆਈ, ਪਰ ਕੁਝ ਜਿਹੜੇ ਹੈਗੇ ਉਹ ਆ ਵੀ ਰਹੇ। ਉਹ ਮੈਂ ਨਾਂ ਨਹੀਂ ਕਿਸੇ ਦਾ ਉਹਦੇ 'ਚ ਲੈਣਾ। ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਆਪਣੇ ਭਾਸ਼ਣ ਦੇ ਵਿੱਚ ਕੁਝ ਗਰੰਟੀਆਂ ਵੀ ਲੋਕਾਂ ਨੂੰ ਦਿੱਤੀਆਂ। ਉਹ ਕਹਿੰਦੇ ਵੀ ਪਹਿਲੀ ਗਰੰਟੀ ਹੈ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਜਿਹੜੀ ਵੱਡੀ ਆਰਥਿਕ ਸ਼ਕਤੀ ਬਣ ਜਾਏਗਾ। ਦੂਜੀ ਗਰੰਟੀ ਕਹਿੰਦੇ ਵੀ ਸ਼ਹਿਰਾਂ ਦੇ ਵਿੱਚ ਕਿਰਾਏ ਦੇ ਮਕਾਨਾਂ ਤੇ ਰਹਿਣ ਵਾਲਿਆਂ ਨੂੰ ਬੈਂਕ ਕਰਜ਼ਿਆਂ ਦੇ ਵਿੱਚ ਰਿਆਇਤ ਮਿਲੇਗੀ। ਤੇ ਤੀਜੀ ਗਰੰਟੀ ਕਹਿੰਦੇ ਦੇਸ਼ ਭਰ 'ਚ 10,000 ਤੋਂ 25,000 ਤੱਕ ਜਨ ਔਸ਼ਧੀ ਕੇਂਦਰ ਖੋਲੇ ਜਾਣਗੇ। ਤੇ ਬਿਲਕੁਲ ਚੰਗੀ ਗੱਲ ਹੈ। ਦੇਖੋ ਲੋਕਾਂ ਨੂੰ ਅਸੀਂ ਤੇ ਪਹਿਲੇ ਵੀ ਕਹਿੰਦੇ ਵੀ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ, ਵੀ ਸੁਵਿਧਾਵਾਂ ਕੇਵਲ ਮਾਨਣੀਆਂ ਨੂੰ ਹੀ ਕਿਉਂ, ਆਮ ਲੋਕਾਂ ਨੂੰ ਕਿਉਂ ਨਹੀਂ ਸੁਵਿਧਾਵਾਂ ਮਿਲਦੀਆਂ।
ਆਮ ਲੋਕਾਂ ਦਾ ਵੀ ਤੇ ਸੋਚਣਾ ਚਾਹੀਦਾ ਤੇ ਸਾਨੂੰ ਤੇ ਉਹਨਾਂ ਨੇ ਇਹ ਵੀ ਆਖਿਆ ਵੀ ਭ੍ਰਿਸ਼ਟਾਚਾਰ ਨੂੰ ਕਿਸੇ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਰ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਵੀ ਜ਼ਰੂਰ ਦੇਣੀ ਚਾਹੀਦੀ ਤੇ ਜਿਹੜੇ ਲੋਕ ਐਸੇ ਨੇ ਜਿਹੜੇ ਬੈਂਕਾਂ ਦਾ ਪੈਸਾ ਨਹੀਂ ਦਿੰਦੇ ਡਕਾਰ ਮਾਰ ਕੇ ਬਹਿ ਗਏ ਵਿਲਫੁਲ ਡਿਫਾਲਟਰ ਜਿਹਨੂੰ ਕਹਿੰਦੇ ਆ ਉਹਨਾਂ ਦੇ ਨਾਂ ਜਨਤਕ ਕਰਨੇ ਚਾਹੀਦੇ ਨੇ ਨਾ ਉਹ ਲੋਕਾਂ ਨੂੰ ਦੇਸ਼ ਨੂੰ ਪਤਾ ਲੱਗਣਾ ਚਾਹੀਦਾ ਵੀ ਕਿਹੜੇ ਐਸੇ ਲੋਕ ਨੇ ਵੀ ਜਿਹੜੇ ਦੇਸ਼ ਦਾ ਮਾਲ ਖਾ ਰਹੇ ਨੇ ਬੈਂਕ 'ਚ ਜਿਹੜੇ ਪੈਸੇ ਲੋਕਾਂ ਦੇ ਨੇ ਨਾ ਤੇ ਕੱਲ ਨੂੰ ਬੈਂਕ ਦਿਵਾਲੀ ਹੋ ਗਏ ਤੇ ਮਰ ਗਏ ਤੇ ਲੋਕ ਉਹ ਥੋੜੀ ਮਰ ਗਏ ਹੁਣ ਉਹਨਾਂ ਨੇ ਵੀ ਆਖਿਆ ਵੀ 15,000 ਕਰੋੜ ਦੀ ਵਿਸ਼ਵਕਰਮਾ ਯੋਜਨਾ ਅਗਲੇ ਮਹੀਨੇ ਸ਼ੁਰੂ ਹੋਏਗੀ ਤੇ ਸ਼ਹਿਰਾਂ 'ਚ ਘਰ ਬਣਾਉਣ ਵਾਲਿਆਂ ਨੂੰ ਵਿਆਜ 'ਚ ਛੋਟ ਦਿੱਤੀ ਜਾਏਗੀ ਤੇ ਉਹਨਾਂ ਨੇ ਇਹ ਵੀ ਆਖਿਆ ਵੀ ਹੁਣ ਅਗਲੀ ਵਾਰ ਵੀ ਭਾਸ਼ਣ ਇੱਥੋਂ ਮੈਂ ਹੀ ਦੇਵਾਂਗਾ ਉਹਨਾਂ ਨੇ ਸੰਕੇਤ ਦਿੱਤੇ ਆ ਵੀ 2024 ਦੇ ਵਿੱਚ ਵੀ ਸਰਕਾਰ ਜਿਹੜੀ ਉਹ ਬੀਜੇਪੀ ਦੀ ਹੀ ਬਣੇਗੀ ਭਾਵੇਂ ਉਹ ਕਹਿੰਦੇ ਵਿਪਕਸ਼ ਇਕੱਠਾ ਹੁੰਦਾ ਫਿਰਦਾ 26 ਦਲ ਇਕੱਠੇ ਹੋ ਗਏ ਸਾਡੇ ਖਿਲਾਫ ਤੇ ਸਾਡਾ ਐਨਡੀਏ ਵੀ ਬੜਾ ਮਜ਼ਬੂਤ ਆ ਬਟ ਚਲੋ ਅਸੀਂ ਉਮੀਦ ਕਰਦੇ ਹਾਂ ਵੀ ਚਲੋ ਦੇਸ਼ ਦਾ ਭਲਾ ਹੋਣਾ ਚਾਹੀਦਾ ਦੇਸ਼ ਦਾ ਹਿੱਤ ਹੋਣਾ ਚਾਹੀਦਾ ਇਹ ਨਹੀਂ ਵੀ ਆਪਣਿਆਂ ਦੇ ਘਰ ਭਰੀ ਜਾਓ ਤੇ ਆਪਣਿਆਂ ਨੂੰ ਬਚਾਈ ਜਾਓ ਉਹ ਨਹੀਂ ਦੇਖੋ ਦੋਹਰੀ ਨੀਤੀ ਨਹੀਂ ਹੋਣੀ ਚਾਹੀਦੀ ਕੋਈ ਵੀ ਮੋਦੀ ਸਾਹਿਬ ਠੀਕ ਕੰਮ ਕਰ ਰਹੇ ਹਨ ਪਰ ਦੇਸ਼ ਨੂੰ ਲੁੱਟਣ ਵਾਲਿਆਂ ਨੂੰ ਜੀ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਡਾਕਟਰ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਅੱਜ ਇੱਕ ਵਾਰ ਫੇਰ ਸਟੇਜ ਤੋਂ ਗਰਜੇ ਨੇ ਉਹਨਾਂ ਨੇ ਵਿਰੋਧੀਆਂ ਤੇ ਵੀ ਨਿਸ਼ਾਨੇ ਸਾਧੇ ਨੇ ਤੇ ਕੁਝ ਉਹਨਾਂ ਨੇ ਕਰਪਸ਼ਨ ਨੂੰ ਲੈ ਕੇ ਵੀ ਕੁਝ ਗੱਲਾਂ ਦੱਸੀਆਂ ਨੇ ਦੇਖੋ ਉਹ ਕਹਿੰਦੇ ਵੀ ਪੰਜਾਬ ਸਰਕਾਰ ਸਿਹਤ ਸਿੱਖਿਆ ਖੇਤੀਬਾੜੀ ਤੇ ਰੋਜ਼ਗਾਰ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ ਤੇ ਸਿਹਤ ਖੇਤਰ 'ਚ 659 ਆਮ ਆਦਮੀ ਕਲੀਨਿਕ ਜਿਹੜੇ ਹੁਣ ਲੋਕਾਂ ਨੂੰ ਮਿਲਣਗੇ ਤੇ ਕਹਿੰਦੇ ਵੀ ਹੁਣ ਅੱਜ ਤੋਂ ਖੇਡ ਵਤਨ ਪੰਜਾਬ ਲਈ ਰਜਿਸਟ੍ਰੇਸ਼ਨ ਵੀ ਦੁਬਾਰਾ ਸ਼ੁਰੂ ਹੋ ਗਈ ਹੈ ਤੇ 2200 ਮੁਲਾਜ਼ਮ ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾਣੇ ਨੇ ਉਹਨਾਂ ਨੇ ਜਿਹੜੇ ਅਹਿਮ ਐਲਾਨ ਕੀਤੇ ਨੇ ਦੇਖੋ ਚਿੱਟਾ ਨਸ਼ਾ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਿਆ ਹੈ ਬਹੁਤ ਸਾਰੀਆਂ ਖਬਰਾਂ ਹਰ ਰੋਜ਼ ਆਉਂਦੀਆਂ ਅੱਜ ਵੀ ਖਬਰਾਂ ਆਈਆਂ ਹੋਈਆਂ ਦੋ ਨੌਜਵਾਨ ਕਿਸ ਤਰ੍ਹਾਂ ਪਹਿਲੇ ਨਸ਼ਾ ਲੈਂਦੇ ਸੀ ਖੈਰ ਹੌਲੀ ਹੌਲੀ ਉਹ ਨਸ਼ੇ ਦੀ ਦਲਦਲ ਚੋਂ ਬਾਹਰ ਆ ਗਏ ਘਰ ਦੇ ਭਾਂਡੇ ਵਿਕ ਜਾਂਦੇ ਨੇ ਲੁੱਟਾਂ ਖੋਹਾਂ ਕਰਨ ਲੱਗ ਪੈਂਦੇ ਨੇ ਪੁਲਿਸ ਵੀ ਇਹਨਾਂ ਨੂੰ ਫੜਨ ਤੋਂ ਡਰਦੀ ਵੀ ਮਰ ਗਿਆ ਸਾਡੇ ਭਾਅ ਦਾ ਸਿਆਪਾ ਪੈ ਜਾਣਾ ਹੁਣ ਉਹ ਕਹਿੰਦੇ ਵੀ ਚਿੱਟਾ ਜਿਹੜਾ ਉਹਨੂੰ ਖਤਮ ਕਰਨ ਦੀ ਮੁਕੰਮਲ ਤਿਆਰੀ ਕਰ ਲਈ ਗਈ ਹੈ ਵੱਡੀ ਯੋਜਨਾ ਤਿਆਰ ਕਰਕੇ ਕਹਿੰਦੇ ਹੁਣ ਅਸੀਂ ਲੋਕਾਂ ਦੇ ਸਾਹਮਣੇ ਆਵਾਂਗੇ ਤੇ ਜਿਹੜੇ ਚਿੱਟੇ ਦੇ ਸੁਦਾਗਰ ਨੇ ਉਹਨਾਂ ਤੇ ਨੱਥ ਵੀ ਪਾਊਗੀ ਤੇ ਜਿਹੜੇ ਚਿੱਟਾ ਪੀਂਦੇ ਨੇ ਜਾਂ ਲੈਂਦੇ ਨੇ ਉਹਨਾਂ ਦਾ ਕਹਿੰਦੇ ਇਲਾਜ ਕਰਾਇਆ ਜਾਏਗਾ ਹਸਪਤਾਲਾਂ ਦੇ ਵਿੱਚ ਤੇ ਜਿਹੜਾ ਸਪਲਾਇਰ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਉਹਦੀ ਜਾਇਦਾਦ ਵੀ ਜ਼ਬਤ ਕੀਤੀ ਜਾਏਗੀ ਉਹ ਕਹਿੰਦੇ ਵੀ ਅਗਲੀ 15 ਅਗਸਤ 2024 ਦੀ 15 ਅਗਸਤ ਤੋਂ ਪਹਿਲਾਂ ਪੰਜਾਬ ਚੋਂ ਚਿੱਟੇ ਦਾ ਜਿਹੜਾ ਕਲੰਕ ਲੱਗਾ ਨਾ ਦੇ ਮੱਥੇ ਤੇ ਉਹਨੂੰ ਮਿਟਾ ਦਿੱਤਾ ਜਾਏਗਾ ਚਲੋ ਅਸੀਂ ਮਾਨ ਸਾਹਿਬ ਨੂੰ ਵਧਾਈ ਦਿੰਦੇ ਆ ਉਹਨਾਂ ਨੇ ਸੋਚਿਆ ਕਿਉਂਕਿ ਨਸ਼ਾ ਬਹੁਤ ਸਾਰੀ ਬਿਮਾਰੀਆਂ ਦੀ ਜੜ ਹੈ ਹੱਡਾਂ 'ਚ ਰੱਜ ਜਾਂਦਾ ਭਾਵੇਂ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਉਹ ਨੌਜਵਾਨ ਜਾਂਦੇ ਨੇ ਜਿਹੜੇ ਨਸ਼ਾ ਕਰਦੇ ਨੇ ਪਰ ਉੱਥੇ ਜਿਹੜੀ ਦਵਾਈ ਦਿੱਤੀ ਜਾਂਦੀ ਹੈ ਉਹ ਹੋਰ ਨਸ਼ੇ ਤੋਂ ਵੀ ਘੱਟ ਗਿਆ ਉਸ ਤੋਂ ਬਗੈਰ ਉਹਦੇ ਹੱਡ ਪੈਰ ਨਹੀਂ ਚੱਲਦੇ ਬੰਦੇ ਦੇ ਇਸ ਕਰਕੇ ਇਸ ਤੋਂ ਇਲਾਵਾ ਸਾਡੀ ਇਹ ਵੀ ਮਾਨ ਸਾਹਿਬ ਨੂੰ ਬੇਨਤੀ ਹੈ ਵੀ ਜਿਹੜੇ ਭ੍ਰਸ਼ਟ ਅਫਸਰ ਬੈਠੇ ਨੇ ਨਾ ਜੇ ਤੁਹਾਨੂੰ ਰੈਵਨਿਊ ਅਧਿਕਾਰੀਆਂ ਨੇ ਚਿੱਠੀ ਲਿਖੀ ਹੈ ਤੇ ਦੱਸੋ ਨਾ ਉਹਨਾਂ ਨੂੰ ਪੁੱਛੋ ਵੀ ਕਿਹੜੇ ਲੋਕ ਨੇ ਵੀ ਜਿਹੜੇ ਪੰਜਾਬ ਨੂੰ ਲੁੱਟ ਕੇ ਬਾਹਰ ਭੇਜ ਰਹੇ ਨੇ ਪੈਸਾ ਬਹੁਤ ਸਾਰੇ ਐਸੇ ਅਫਸਰਾਂ ਤੇ ਆਰੋਪ ਲੱਗੇ ਵੀ ਉਹਨਾਂ ਨੇ ਆਪਣੇ ਨਿਆਣੇ ਬਾਹਰ ਸੈੱਟ ਕਰਤੇ 100 200 ਕਰੋੜ ਰੁਪਏ ਉੱਥੇ ਟ੍ਰਾਂਸਫਰ ਕਰਤਾ ਸਾਡੇ ਇੱਕ USA ਤੋਂ ਪਾਠਕ ਨੇ ਜਿਹੜੇ ਉਹ ਦੱਸਦੇ ਸਾਨੂੰ ਕਈ ਅਧਿਕਾਰੀਆਂ ਦੇ ਨਾਮ ਵੀ ਦੱਸਦੇ ਉਹ ਸਾਨੂੰ ਇਹ ਵੀ ਕਹਿੰਦੇ ਨੇ ਵੀ ਅਸੀਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਈ ਮੇਲਾਂ ਵੀ ਕਰਦੇ ਆ ਪਰ ਕਹਿੰਦੇ ਕਾਰਵਾਈ ਜਾਂ ਤਾਂ ਲੱਗਦਾ ਮੁੱਖ ਮੰਤਰੀ ਸਾਹਿਬ ਕੋ ਕੰਮ ਬੜਾ ਹੈ ਤੇ ਜਾਂ ਉਹਨਾਂ ਨੂੰ ਲੱਗਦਾ ਵੀ ਇਹ ਸਾਰੇ ਜਿਹੜੇ ਰਲੇ ਆ ਕਾਲਾ ਜਿਹੜਾ ਅਸੀਂ ਤਾਂ ਅੱਗੇ ਚੱਟੇ ਬੱਟੇ ਜਿਹੜੇ ਰਲੇ ਆ ਵੀ ਸਰਕਾਰ ਤੇ ਅਸਲੀ ਇਹ ਹੈ ਹੁਣ ਕਿਸੇ ਨੂੰ ਥੋੜੀ ਪਤਾ ਸੀ ਵੀ 2022 ਚ ਸੱਤਾ ਪਲਟ ਜਾਊਗੀ ਇਹਨੇ ਤੇ ਪੁਰਾਣੇ ਢਰਰੇ 'ਚ ਬੈਠੇ ਹੁਣ ਠੀਕ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਦੇਖੋ ਜੇ ADC ਦੀ ਜੇ ਪ੍ਰਮੋਸ਼ਨ ਹੁੰਦੀ ਹੈ ਉਹਨੂੰ ADC ਬਣਾ DDPO ਤੋਂ ਐਡੀਸ਼ਨਲ ਚਾਰਜ ਦਿੱਤਾ ਜਾਂਦਾ ਮਾਰਦਾ ਘੁੱਗੀ ਕਹਿੰਦਾ ਚੱਲ ਲੈ ਜਾ 100 ਏਕੜ ਜ਼ਮੀਨ ਤੇਰੀ ਤੇ ਉਹ 45 ਏਕੜ ਚੋਂ ਮਾਈਨਿੰਗ ਰੁਕੀ ਨਹੀਂ ਮਾਈਨਿੰਗ ਵੀ ਬੜੀ ਵੱਡੀ ਸਮੱਸਿਆ ਚਲੋ ਅਸੀਂ ਉਮੀਦ ਕਰਦੇ ਹਾਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਲੱਗੇ ਹੋਏ ਆ ਵੀ ਪੰਜਾਬ ਦਾ ਭਲਾ ਹੋਏਗਾ ਪਰ ਫਿਰ ਵਾਰ-ਵਾਰ ਸਾਡੀ ਅਪੀਲ ਲੋਕਾਂ ਨੂੰ ਹੀ ਹੈ ਵੀ ਲੋਕ ਜਾਗਰੂਕ ਹੋਣ ਜਦੋਂ ਤੱਕ ਲੋਕ ਜਾਗਰੂਕ ਨਹੀਂ ਹੋਣਗੇ ਉਹਨਾਂ ਚਿਰ ਆਉਣ ਵਾਲੀਆਂ ਨਸਲਾਂ ਦਾ ਭਲਾ ਨਹੀਂ ਹੋਣਾ ਤੇ ਫੈਸਲਾ ਤੁਸੀਂ ਕਰਨਾ ਕਿ ਤੁਸੀਂ ਇਸ ਦਲਦਲ ਚੋਂ ਬਾਹਰ ਨਿਕਲਣਾ ਜਾਂ ਤੁਸੀਂ ਇਸੇ ਦਲਦਲ ਦੇ ਵਿੱਚ ਹੀ ਧੱਸਦੇ ਜਾਣਾ ਇਹ ਸਨ ਦੀਪਕ ਭੰਡਾਰੀ ਜਿਨ੍ਹਾਂ ਦੇ ਨਾਲ ਅਸੀਂ ਅੱਜ ਦੇ ਮੁੱਦਿਆਂ 'ਤੇ ਗੱਲਬਾਤ ਕੀਤੀ ਇਸੇ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਜੇਕਰ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗਦਾ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਦਿਓ ਕਮੈਂਟ ਜ਼ਰੂਰ ਕਰੋ ਤੁਹਾਡੀਆਂ ਕੀਤੀਆਂ ਹੋਈਆਂ ਟਿੱਪਣੀਆਂ ਸਾਡੇ ਲਈ ਬਹੁਤ ਮਾਇਨੇ ਰੱਖਦੀਆਂ ਸਤਿ ਸ਼੍ਰੀ ਅਕਾਲ ਨਮਸਕਾਰ